ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਗੁਰਲਾਲ ਸਿੰਘ ਦਮਦਮੀ ਟਕਸਾਲ ਸ੍ਰੀ ਮੁਕਤਸਰ ਸਾਹਿਬ ਤੋਂ ਫਤਿਹ ਪ੍ਰਵਾਨ ਕਰਿਓ। ਗੁਰੂ ਕੇ ਸਿੰਘੋ, ਅੱਜ ਮੈਂ ਆਪ ਸੰਗਤ ਨਾਲ ਵਿਚਾਰ ਕਰਨੀ ਆ ਵੀ ਪੰਥ ਦਾ ਗਦਾਰ ਅਤੇ ਅਕਰਤਕਾਣਾ। ਦੇਖੋ, ਅਕਰਤਕਾਣ ਉਹ ਹੁੰਦਾ ਜਿਹੜਾ ਕੀਤੇ ਹੋਏ ਮਹਾਂਪਰਉਪਕਾਰ ਨੂੰ ਭੁੱਲ ਜਾਵੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਤੇ ਮਹਾਂਪਰਉਪਕਾਰ ਕੀਤਾ, ਸਰਬੰਸ ਵਾਰਿਆ। ਅਸਲ 'ਚ ਗਿਣਤੀ ਨਹੀਂ ਕਰ ਸਕਦੇ, ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰਾਂ ਦੀ ਗਿਣਤੀ ਨਹੀਂ ਕਰ ਸਕਦੇ, ਪਰ ਸਭ ਤੋਂ ਵੱਡਾ ਮਹਾਂਪਰਉਪਕਾਰ ਨੰਦੇੜ ਸਾਹਿਬ ਦੀ ਧਰਤੀ ਤੇ ਨਾਰੀਅਲ ਰੱਖ ਕੇ 5 ਪੈਸੇ ਰੱਖ ਕੇ ਪਰਿਕਰਮਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਝੁਕਾਇਆ ਗੁਰੂ ਗ੍ਰੰਥ ਸਾਹਿਬ ਨੂੰ, ਔਰ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖੁਦ ਬਚਨ ਕੀਤਾ, ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟਾ ਸੰਕਰੈ ਕਿਰਪਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਚਖਾਏ। ਤੇ ਮੈਂ ਅੱਜ ਵਿਚਾਰ ਕਰਨੀ ਆ, ਜਿਹੜੇ ਪੰਥ ਦੇ ਗਦਾਰ ਆ, ਜਿਹੜੇ ਇਹ ਪੰਥ ਦੇ ਅਕਰਤਕਾਣਾ ਬੜੇ ਬੋਲੇ ਆ। ਟੀਟੂ ਨੇ ਜਿਹੜੀ ਉਹ ਬੇਅਦਬੀ ਕੀਤੀ ਸੀਗੀ, ਜਿਹੜਾ ਲਖਬੀਰ ਟੀਟੂ ਸੀ, ਉਹਦੇ ਪ੍ਰਤੀ ਕਹਿੰਦੇ ਜੀ ਇਹ ਕਿ ਗਰੀਬ ਸੀ, ਇਹਨੂੰ ਇਦਾਂ ਨਹੀਂ ਮਾਰਨਾ ਚਾਹੀਦਾ ਸੀ, ਇਦਾਂ ਨਹੀਂ ਵੱਢਣਾ ਚਾਹੀਦਾ ਸੀਗਾ। ਮੈਨੂੰ ਦੱਸੋ 2015 ਤੋਂ ਲੈ ਕੇ 2022 ਚੜ੍ਹਨ ਵਾਲਾ ਤੇ ਥਾਵਾਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ। ਕਦੇ ਦਸਤਾਰ ਦੀ ਬੇਅਦਬੀ ਹੋਈ, ਕਦੇ ਕਕਾਰਾਂ ਦੀ ਬੇਅਦਬੀ ਹੋਈ, ਕਦੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ, ਤੇ ਕਦੇ ਪੋਥੀ ਦੀ ਬੇਅਦਬੀ ਹੋਈ, ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਤੇ ਕਦੇ ਆ ਢੱਡਰੀਆਂ ਵਾਲੇ ਵਰਗੇ ਨੂੰ ਜਾਂ ਕਾਮਰੇਡਾਂ ਨੂੰ, ਜਿੰਨਾ ਕਾਮਰੇਡ ਲਾਣਾ, ਜਾਂ ਲੱਖੇ ਵਰਗਿਆਂ ਨੂੰ, ਜਾਂ ਹੋਰ ਬੜੇ ਬੋਲੇ ਆ। ਅਕਰਤਕਾਣ ਹਿੰਦੂ ਵੀਰ ਬਹੁਤ ਜ਼ਿਆਦਾ ਬੋਲੇ ਆ, ਹਿੰਦੂ ਧਰਮ ਦੇ ਜਿਹੜੇ ਲੀਡਰ ਆ, ਤੇ ਕਦੇ ਉਹਨਾਂ ਨੇ ਦੁੱਖ ਪ੍ਰਗਟਾਇਆ ਵੀ ਇਹ ਇੰਨਾ ਕੁਛ ਕਿਉਂ ਹੋਈ ਜਾਂਦਾ? ਕਦੇ ਵੀ ਪ੍ਰਗਟਾਇਆ ਤੇ ਮੈਨੂੰ ਦੱਸੋ? ਕਦੇ ਇੰਨਾ ਦੁਖੀ ਹੋਏ ਆ ਜਿੰਨਾ ਵੀ ਉਹਦੇ ਤੇ ਸੋਧਣ 'ਤੇ ਹੋਏ ਆ? ਇੱਥੇ ਮੈਂ ਇੱਕ ਬੇਨਤੀ ਹੋਰ ਕਰਦਾ, ਠੀਕ ਆ, ਦਰਦ ਸਾਨੂੰ ਵੀ ਆ ਗਰੀਬਾਂ ਦੇ ਨਾਲ। ਮੈਂ ਇੱਥੇ ਪੁੱਛਣਾ ਚਾਹਣਾ ਵੀ ਉੱਥੇ ਉਹ ਗਰੀਬ ਕਰਨ ਕੀ ਗਿਆ ਸੀਗਾ? ਕਿਹਨੇ ਕਿਹਾ ਸੀ ਉਹਨੂੰ ਜਾ ਕੇ ਤੂੰ ਬੇਅਦਬੀ ਕਰ? ਗੁਰੂ ਕਾ ਸਿੰਘ ਪੁੱਛੂਗਾ ਜਾ ਕੇ ਉੱਥੇ ਵੀ ਤੂੰ ਗਰੀਬ ਆ ਜੀ, ਜਾਂ ਤੂੰ ਅਮੀਰ ਆ ਜੀ, ਜਾਂ ਤੂੰ ਕਿਹੜੀ ਕੌਮ ਦੇ ਨਾਲ ਜੁੜਿਆ ਹੋਇਆ ਜੀ, ਤੂੰ ਕਿਹਦੇ ਨਾਲ ਜੁੜਿਆ ਹੋਇਆ? ਉਹ ਤਾਂ ਜਿਹੜਾ ਗੁਰੂ ਕਾ ਅਸਲ ਸਿੰਘ ਆ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ 'ਤੇ ਪਹਿਰਾ ਦੇਊਗਾ। ਗੁਰ ਕੀ ਨਿੰਦਾ ਸੁਣਿਆ ਨਾ ਕਾਣ, ਭੇਟਾ ਸੰਕਰੈ ਕਿਰਪਾਨ। ਤੇ ਪ੍ਰਾਤਨ ਜੋ ਰਾਹ ਰੀਤੀ ਮਰਿਆਦਾ ਪਰੰਪਰਾ, ਉਹਦੇ ਮੁਤਾਬਕ ਬਣਦੀ ਸਜ਼ਾ ਗੁਰੂ ਕੇ ਸਿੰਘਾਂ ਨੇ ਦਿੱਤੀ ਆ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਅਸੀਂ ਕਾਨੂੰਨ ਦੇ ਵਿਰੋਧੀ ਨਹੀਂ ਗਏ, ਪਰ 6 ਸਾਲ ਹੋ ਗਏ, ਦੱਸੋ ਮੈਨੂੰ ਕਾਨੂੰਨ ਨੇ ਤੁਹਾਨੂੰ ਕੀ ਦਿੱਤਾ? 295 ਦੀਆਂ ਧਾਰਾਂ ਲਾਤੀਆਂ, ਛੋਟੀਆਂ ਧਾਰਾਂ ਲਾ ਕੇ, ਧਾਰਾਂ ਤਾਂ ਛੱਡੋ, ਉਲਟਾ ਉਹਨਾਂ ਲੋਕਾਂ ਨੂੰ ਸਿਕਿਉਰਟੀਆਂ ਦਿੱਤੀਆਂ। ਤੁਸੀਂ ਪੁੱਛੋਗੇ ਵੀ ਉਹ ਕਿਵੇਂ? ਆ ਜਿਹੜਾ ਮੰਡ, ਆਪਾਂ ਨੂੰ ਪਤਾ ਪੰਜਾਬ ਦੇ ਵਿੱਚ ਲਾਂਬੂ ਲਾਉਂਦਾ, ਲਾਂਬੂ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਦਾ। ਆ ਮੰਡ ਵਰਗੇ, ਅਮਿਤ ਅਰੋੜੇ ਵਰਗੇ, ਸ਼ਿਵ ਸੈਨਾ ਨਾਲ ਜਿੰਨੇ ਵੀ ਹੈਗੇ, ਆਪਾਂ ਨੂੰ ਭਲੀ ਪ੍ਰਕਾਰ ਪਤਾ, ਆਪਾਂ ਨੂੰ ਸਭ ਪਤਾ ਵੀ ਜਿਹੜੀ ਇੰਦਰਾ ਗਾਂਧੀ ਪਾਪਨ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਟੈਂਕ ਚੜ੍ਹਾਏ, ਸਿੱਖਾਂ ਦੀਆਂ ਅੱਖਾਂ ਵਿੱਚੋਂ ਰੜਕ ਰਹੀ, ਆਪਾਂ ਨੂੰ ਭਲੀ ਪ੍ਰਕਾਰ ਪਤਾ। ਪਰ ਉਸ ਇੰਦਰਾ ਗਾਂਧੀ ਪਾਪਨ ਦੇ ਬੁੱਤ ਨੂੰ ਇਹ ਪੱਗ ਦੇ ਨਾਲ ਸਾਫ਼ ਕਰਦਾ ਰਿਹਾ। ਕਿੰਨੀਆਂ ਵੀਡੀਓ ਆਈਆਂ ਜਿਹੜੀਆਂ ਇਹ ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਵਿਰੁੱਧ ਬੋਲਿਆ, ਫਿਰ ਜਿਹੜੇ ਸ਼ਹੀਦ ਸਿੰਘ ਉਹਨਾਂ ਦੇ ਵਿਰੁੱਧ ਬੋਲਿਆ। ਹੁਣ ਇੱਕ ਆਡੀਓ ਆਈ ਆ, ਇਹ ਪਤਾ ਨਹੀਂ ਕਿਹੜਾ ਸੀ, ਉਹਦੇ ਗੁਰੂ ਨਾਨਕ ਪਾਤਸ਼ਾਹ ਦੇ ਵਿਰੁੱਧ ਬੋਲਿਆ, ਲੁਧਿਆਣੇ ਵਿੱਚ ਕਾਂਡ ਵਾਪਰਿਆ। ਇੱਕ ਮੈਂ ਇੱਥੇ ਪੁੱਛਣਾ ਚਾਹੁੰਦਾ ਢੱਡਰੀਆਂ ਵਾਲੇ ਨੂੰ, ਤੇ ਜਾਂ ਜਿਹੜੇ ਕਾਮਰੇਡ ਲਾਣਾ ਜਿੰਨਾ ਬੋਲਦਾ, ਇਹ ਗਲਤ ਹੋਇਆ। ਹੁਣ ਆਪਾਂ ਨੂੰ ਪਤਾ ਵੀ ਮੰਡ ਦੇ ਮਗਰ ਜੁਝਾਰੂ ਸਿੰਘ ਪਹੁੰਚੇ ਸੀਗੇ, ਤੇ ਜੁਝਾਰੂ ਸਿੰਘ ਕਿਵੇਂ ਪਹੁੰਚੇ ਸੀ, ਕੀ ਮਿੱਥ ਕੇ ਪਹੁੰਚੇ ਸੀ, ਆਪਾਂ ਨੂੰ ਭਲੀ ਪ੍ਰਕਾਰ ਪਤਾ ਵੀ ਜਿਹੜੀ ਸਜ਼ਾ ਉੱਥੇ ਦਿੱਤੀ ਆ ਟੀਟੂ ਨੂੰ, ਉਹੀ ਸਜ਼ਾ ਮੰਡ ਨੂੰ ਮਿਲਣੀ ਸੀਗੀ। ਹੁਣ ਮੈਨੂੰ ਦੱਸੋ ਵੀ ਜੇ ਉਹ ਤਾਂ ਕੁਦਰਤ ਨੇ ਬਚਾ ਲਿਆ ਉਹਨੂੰ? ਚੱਲ ਇਹੋ ਜਿਹੇ ਪੰਥ ਦੋਖੀ ਪਹਿਲਾਂ ਬੜੇ ਸੋਧੇ ਗਏ ਆ, ਅੱਜ ਵੀ ਸੋਧੇ ਜਾਣਗੇ, ਯਾਦ ਰੱਖਿਓ। ਉਹ ਕੁਦਰਤ ਨੇ ਬਚਾ ਲਿਆ ਉਹਨੂੰ। ਜੇ ਅਗਰ ਉਹ ਸੋਧਿਆ ਜਾਂਦਾ, ਵੱਡਾ ਟੁੱਕਿਆ ਜਾਂਦਾ, ਤੇ ਫਿਰ ਢੱਡਰੀਆਂ ਵਾਲੇ ਨੇ ਕਿਹੜੀ ਜ਼ਬਾਨ ਨਾਲ ਇਹ ਗੱਲ ਕਹਿਣੀ ਸੀ ਵੀ ਇਹ ਮਾੜਾ ਹੋਇਆ? ਜਾਂ ਕਾਂਗਰੇਡ ਬੋਲਦੇ ਵੀ ਇਹ ਮਾੜਾ ਹੋਇਆ? ਤੁਹਾਡੇ ਕਾਨੂੰਨ ਮੁਤਾਬਕ ਇਹ ਮਾੜਾ ਹੋਇਆ ਹੋਊਗਾ। ਮੈਂ ਫਿਰ ਕਹਿਣਾ ਵੀ ਤੁਹਾਡੇ ਕਾਨੂੰਨ ਮੁਤਾਬਕ ਇਹ ਮਾੜਾ ਹੋਇਆ ਹੋਊਗਾ, ਪਰ ਸਿੱਖੀ ਪਰੰਪਰਾ, ਸਿੱਖੀ ਮਰਿਆਦਾ, ਸਿੱਖੀ ਰਹੁ ਰੀਤੀ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਦਿੱਤਾ ਕਾਨੂੰਨ ਦਾ, ਉਹਦੇ ਮੁਤਾਬਕ ਕੋਈ ਮਾੜਾ ਨਹੀਂ ਪੰਥ ਦੋਖੀ ਨੂੰ ਸੋਧਣਾ, ਕੋਈ ਮਾੜਾ ਨਹੀਂਗਾ। ਫਿਰ ਮੈਂ ਇੱਕ ਬੇਨਤੀ ਕਰਦਾ ਵੀ ਜਿਹਨਾਂ ਨੇ ਪੁੱਛਾਂ ਚੱਕੀਆਂ, ਅੱਜ ਜਿੰਨੇ ਵੀ ਆ ਲੀਡਰ ਲੋਕ ਆ ਬਾਦਲ ਕੇ ਬੋਲੇ ਆ, ਜਾਂ ਦੂਜੇ ਕਾਂਗਰਸੀ ਬੋਲੇ ਆ, ਕੈਪਟਨ ਕੀ ਬੋਲਿਆ ਤੁਹਾਨੂੰ ਪਤਾ ਹੀ ਆ। ਕਹਿੰਦਾ ਜੀ ਉਹ ਭੰਗ ਪੀਣੇ ਨਸ਼ੇ ਵਾਲੇ ਜਿਹਨੂੰ ਕੋਈ ਵੱਢ ਦਿੰਦੇ ਆ। ਅੱਛਾ, ਜਿਹੜਾ ਗੁਰੂ ਦੀ ਬੇਅਦਬੀ ਕਰਨ ਆਵੇ ਉਹਦਾ ਸੋਧਾ ਲਾਉਂਦਾ, ਉਹ ਭੰਗ ਪੀਣੇ ਹੋ ਗਏ ਆ। ਤੇ ਇਹ ਪਲਿਆ ਹੋਇਆ ਮਾਸ ਨਾਲ, ਸ਼ਰਾਬਾਂ ਦੇ ਨਾਲ, ਅਰੂਸਾ ਦੇ ਨਾਲ ਜਾ ਕੇ ਬਹਿੰਦਾ। ਜਿਹੜਾ ਕੈਪਟਨ ਵਰਗੇ ਆ, ਇਹ ਕਹਿੰਦਾ ਕਿ ਉਹ ਭੰਗ ਪੀਣੇ ਆ। ਮੈਨੂੰ ਇੱਕ ਗੱਲ ਦੱਸੇ, ਕੈਪਟਨ ਜਦੋਂ ਦੀ ਸਰਕਾਰ ਆਉਣੀ ਸੀਗੀ ਉਸ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਇਹ ਗੱਲ ਇਹਨੇ ਕਹੀ ਸੀ, ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਇਹ ਗੱਲ ਇਹ ਕਹਿੰਦਾ ਸੀ, ਕਹਿੰਦਾ ਵੀ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰੂੰਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅੱਜ ਤੋਂ ਬਾਅਦ ਮੈਂ ਹੋਣ ਨਹੀਂ ਦੇਵਾਂਗਾ।
ਕੀ ਬੇਅਦਬੀ ਰੁਕੀ? ਕਿ ਪੰਜਾਬ ਵਿੱਚ ਨਸ਼ੇ ਖਤਮ ਹੋਏ? ਬੇਅਦਬੀ ਤਾਂ ਇਹਨੇ ਵੀ ਕੀਤੀ ਆ, ਗੁਟਕਾ ਸਾਹਿਬ ਹੱਥ ਵਿੱਚ ਫੜਿਆ। ਤੇ ਜਿਹਦੇ ਰਾਜ ਵਿੱਚ ਬੇਅਦਬੀਆਂ ਹੋਣ ਤੇ ਉਹ ਰਾਜਾ ਕਸੂਰਵਾਦ ਹੁੰਦਾ। ਇਸ ਜਦੋਂ ਬਾਦਲ ਸਰਕਾਰ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਉਹ ਬਾਦਲ ਕਸੂਰਵਾਦ ਆ, ਬਾਦਲ ਹੱਕਦਾਰ ਆ ਬੇਅਦਬੀਆਂ ਦਾ। ਤੇ ਜਦੋਂ ਕੈਪਟਨ ਦੇ ਰਾਜ ਵਿੱਚ ਹੋਈਆਂ ਤੇ ਕੈਪਟਨ ਹੱਕਦਾਰ ਆ ਬੇਅਦਬੀਆਂ ਦਾ, ਕਿਉਂਕਿ ਉਹ ਰਾਜਾ, ਉਹ ਨਿਆਂ ਦੇਵੇ। ਉਦੋਂ ਕੋਈ ਨਹੀਂ ਬੋਲਦਾ ਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਭ ਚੁੱਪ ਕਾਮਰੇਡ। ਕਿਸੇ ਨੇ ਥਾਵਾਂ ਥਾਵਾਂ ਤੇ ਆਹ ਇੱਕ ਪੰਥਕ ਦੋਖੀ ਗੁਰੂ ਕੇ ਸਿੰਘਾਂ ਨੇ ਬਣਦੀ ਹੋਈ ਸਜ਼ਾ। ਮੈਂ ਇੱਥੇ ਇੱਕ ਹੋਰ ਬੇਨਤੀ ਕਰ ਦਿੰਦਾ, ਦੇਖੋ ਕਾਨੂੰਨ ਆਪਣਾ ਕੰਮ ਕਰਦਾ, ਕਰਨ ਦਿਓ। ਬਾਬਾ ਨਾਰਾਇਣ ਸਿੰਘ ਵਰਗਿਆਂ ਨੇ, ਬਾਬਾ ਸਰਬਜੀਤ ਵਰਗਿਆਂ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਆਪਾਂ ਨੂੰ ਭਲੀ ਪ੍ਰਕਾਰ ਇਸ ਗੱਲ ਦਾ ਪਤਾ। ਪਰ ਮੈਂ ਇੱਕ ਗੱਲ ਕਹਿਣਾ, 90% ਸਬੂਤ ਜਿਹੜੇ ਆ, 90% ਸਬੂਤ ਇਹ ਮਿਲਦੇ ਆ ਕਿ ਉਹ ਪੰਥ ਦੋਖੀ ਜਿਹੜਾ ਟੀਟੂ ਸੀਗਾ ਉਹ ਉੱਥੇ ਬੇਅਦਬੀ ਕਰਨ ਗਿਆ ਸੀਗਾ। ਤੁਸੀਂ ਪੁੱਛੋਗੇ ਵੀ ਉਹ ਕਿਵੇਂ? 90% ਦੇਖੋ, ਪਿੰਡ ਵਾਲੇ ਕਹਿੰਦੇ ਆ ਵੀ ਕਦੇ ਉਹ ਚੀਮੇ ਤੋਂ ਬਾਹਰ ਨਹੀਂ ਗਿਆ ਸੀ। ਫਿਰ ਕਿਹਨੇ ਇੱਕ ਇਸ਼ਾਰਾ ਦਿੱਤਾ, ਕਿਹਨੇ ਚੋਲਾ ਦਿੱਤਾ, ਕਿਹਨੇ ਦਸਤਾਰ ਬਣਵਾਈ, ਤੇ ਕਿਹੜਾ ਕੌਣ ਉਹਨੂੰ ਦਿੱਲੀ ਲੈ ਕੇ ਗਿਆ? ਇਹ ਛਾਣਬੀਨ ਤਾਂ ਹੁਣ ਜਾਂ ਤਾਂ ਜਿਹੜੀਆਂ ਹੈਗੀਆਂ CBI ਕਰੇ ਤੇ ਜਾਂ ਪੁਲਿਸ ਅਧਿਕਾਰੀ ਕਰਨ, ਇਹ ਤਾਂ ਉਹੀ ਕਰਨਾ। ਪਰ ਇਹਦੇ ਪਿੱਛੇ ਜਾਂ RSS ਕਹਿ ਲਓ, ਜਾਂ BJP ਕਹਿ ਲਓ, ਜਾਂ ਕਾਂਗਰਸ ਕਹਿ ਲਓ, ਤੇ ਜਾਂ ਕਹਿ ਲਓ ਤੁਹਾਡੇ ਆ ਕਿਹੜਾ ਹੈਗੇ ਆਪਣੇ ਏਜੰਸੀਆਂ ਕਹਿ ਲਓ। ਕਿਉਂਕਿ ਮੈਂ ਸਭ ਨੂੰ ਇੱਕ ਸਮਝਦਾ, ਇਹ ਕੁਰਸੀ ਲਈ ਕੁਝ ਵੀ ਕਰ ਸਕਦੇ ਆ, ਸਭ ਇੱਕੋ ਹੀ ਹੈ। ਮਤਾ ਸਮਝੋ ਵੀ ਇਸ ਟਾਈਮ ਕਾਂਗਰਸ ਚੰਗੀ ਹੈ ਤੇ ਜਾਂ ਦੂਜੇ ਤੀਜੇ ਜਿਹੜੇ ਚੰਗੇ ਆ, ਸਭ ਇੱਕ ਹੈ। ਕੁਰਸੀ ਚਾਹੀਦੀ, ਕੁਝ ਵੀ ਕਰਵਾ ਸਕਦੇ ਆ ਸਾਰੇ। ਤੇ ਯਾਦ ਰੱਖਿਓ, ਇਹਦੇ ਪਿੱਛੇ ਜਾਂਚ ਹੋਣੀ ਚਾਹੀਦੀ ਆ। ਪਰ ਇੱਕ ਗੱਲ ਯਾਦ ਰੱਖੋ, 90% ਜਿਹੜੇ 90% ਮੈਂ ਕਹੂੰਗਾ 90% ਪੁਖਤਾ ਸਬੂਤ ਮਿਲ ਰਹੇ ਆ ਵੀ ਉਹ ਬੰਦਾ ਬੇਅਦਬੀ ਕਰਨ। ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਗੀ, ਆਪਣੇ ਮੂੰਹੋਂ ਉਹ ਬੰਦਾ ਬੋਲ ਰਿਹਾ ਮਰਨ ਲੱਗਾ। ਜੇ ਨਿਹੰਗ ਸਿੰਘਾਂ ਨੇ ਜਾਣ ਕੇ ਮਾਰਿਆ ਹੁੰਦਾ, ਉਹਨੂੰ ਪਤਾ ਸੀ ਮੈਂ ਮਰ ਜਾਣਾ, ਉਹ ਕਹਿੰਦਾ ਮੈਨੂੰ ਨੇ ਜਾਣ ਕੇ ਵੱਢਿਆ। ਉਹ ਤਾਂ ਕਹੀ ਜਾਂਦਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ, 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਸ਼ੁਕਰ ਹੈ ਮੈਨੂੰ ਇਹਨਾਂ ਹੱਥੋਂ ਸਜ਼ਾ ਮਿਲ ਗਈ ਆ ਵੀ ਮੈਂ ਸ਼ਾਇਦ ਕਿਤੇ ਮੇਰਾ ਉਧਾਰ ਹੋ ਜਾਵੇ। ਮੰਨੀ ਜਾਂਦਾ ਵੀ ਮੈਂ 30,000 ਰੁਪਈਆ। ਅਗਲੀ ਗੱਲ ਮੈਂ ਤੁਹਾਨੂੰ ਫਿਰ ਇਹ ਵੀ ਬੇਨਤੀ ਕਰਦਾ, ਫਿਰ ਉਹਨੂੰ ਲਿਜਾਣ ਵਾਲਾ ਕੌਣ ਸੀ? ਕਈ ਕਹਿੰਦੇ ਜੀ ਉੱਥੇ ਆ ਕੇ ਸਰਬਲੋ ਦੀ ਪੋਥੀ, ਉਹ ਭਰਾਵੋ ਅਕਲ ਦੇ ਉਹਨੇ ਹੋ, ਕਿਹੜੀ ਸੰਪਰਦਾਵਾਂ ਦੇ ਵਿੱਚੋਂ ਟੀਟੂ ਪੜ੍ਹਿਆ ਸੀਗਾ? ਸਰਬਜੀਤ ਜਿਹੜਾ ਸੀਗਾ ਕਿ ਨਹੀਂ, ਉਹਦਾ ਨਾਂ ਲਖਬੀਰ ਟੀਟੂ ਆ, ਕਿਹੜੀ ਸੰਪਰਦਾਇ ਨਿਹੰਗ ਸਿੰਘ ਜਥੇਬੰਦੀ ਚੋਂ ਪੜ੍ਹਿਆ ਸੀਗਾ, ਜਾਂ ਉਹ ਮਸ਼ੀਨਰੀਆਂ ਚੋਂ ਪੜ੍ਹਿਆ ਸੀ, ਜਾਂ ਉਹ ਟਕਸਾਲ ਚੋਂ? ਉਹਨੂੰ ਕੀ ਪਤਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਦੋ ਸਰੂਪ ਪ੍ਰਕਾਸ਼ ਆ? ਉਹਨੂੰ ਕੀ ਪਤਾ ਵੀ ਆਹ ਗੁਰੂ ਗ੍ਰੰਥ ਸਾਹਿਬ ਆ, ਜਾਂ ਆਹ ਗੁਰੂ ਗ੍ਰੰਥ ਸਾਹਿਬ ਆ, ਜਾਂ ਆਹ ਸਰਬਲੋ ਆ, ਜਾਂ ਆਹ ਸ੍ਰੀ ਦਸਮ ਗ੍ਰੰਥ ਆ? ਉਹਨੇ ਜਾ ਕੇ ਹੱਥ ਪਾਲਿਆ ਤੇ ਭੱਜਣ ਲੱਗਿਆ ਸੀਗਾ। ਫਿਰ ਕਿੰਨੇ ਉੱਥੇ ਸਿੰਘ ਆ। ਫਿਰ ਬਾਬਾ ਰਾਜ ਸਿੰਘ ਨੇ ਗੱਲ ਕਹੀ ਹੈ, ਮੈਨੂੰ ਤਾਂ ਬਿਆਨ ਸੁਣਿਆ, ਮੇਰਾ ਦਿਲ ਖੁਸ਼ ਹੋ ਗਿਆ। ਉਹ ਕਹਿੰਦਾ ਅਗਰ ਅਸੀਂ BJP ਨਾਲ ਰਲੇ ਹੋਈਏ ਇਸ ਮੁੱਦੇ 'ਤੇ, ਜੇ ਅਸੀਂ ਰਲੇ ਹੋਏ ਜਾਂ ਸਾਡੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਿਕਲੀ ਜਾਂ ਕੋਈ ਪੈਸਾ ਲਿਆ, ਜਾਣ ਕੇ ਉਹ ਗਰੀਬ ਮਾਰਿਆ, ਉਹ ਕਹਿਣ ਲੱਗੇ ਵੀ ਸਾਡੀ ਬੋਟੀ ਕਰਕੇ ਕੁੱਤਿਆਂ ਨੂੰ ਪਾ ਦਿਓ। ਐਡਾ ਵੱਡਾ ਬਿਆਨ ਨਹੀਂ ਕੋਈ ਦਿੰਦਾ ਅਗਲਾ। ਪਰ ਦੁੱਖ ਇੱਥੇ ਇਹ ਗੱਲ ਦਾ ਹੈ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਹਿਲੀ ਵਾਰੀ ਮੇਰੇ ਖਿਆਲ 6 ਸਾਲ ਦੇ ਵਿੱਚ ਬਣਦੀ ਸਜ਼ਾ ਸਿੰਘਾਂ ਨੂੰ ਦਿੱਤੀ ਤੇ ਸਾਰਿਆਂ ਦੀ ਪੂਛ ਨੂੰ ਅੱਗ ਲੱਗ ਗਈ। ਚਲੋ ਯਾਰ, ਜੇ ਤੁਹਾਨੂੰ ਇੰਨੀ ਸੀ ਤੁਸੀਂ ਚੁੱਪ ਹੀ ਕਰ ਜਾਓ, ਤੁਸੀਂ ਨਾ ਬੋਲੋ ਵੀ ਇਹ ਜਾਂਚ ਹੋਣ ਤੋਂ ਖਬਰਾਂ ਕੀ ਆ। ਜਿੰਨੇ ਵੀ ਬੋਲੇ ਆਏ ਪੰਥਕ ਦੋਖੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਰੋਧੀ ਆ। ਤੇ ਜਿਹਨੂੰ ਸੋਧਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਗਿਆ ਸੀਗਾ। ਮੈਂ ਇਤਿਹਾਸ ਦੇ ਝਰੋਖੇ ਵਿੱਚ ਤੁਹਾਡੇ ਨਾਲ ਬੇਨਤੀ ਕਰੂੰਗਾ, ਇੱਕ ਗੱਲ ਯਾਦ ਰੱਖੋ, ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਆਏ ਤੇ ਖਡੂਰ ਸਾਹਿਬ ਦੇ ਵਿੱਚੋਂ ਖਹਿਰੇ ਜਾਤ ਦੇ ਜੱਟਾਂ ਨੇ ਇੱਕ ਸਿਰ ਦੇ ਪਿੱਛੇ ਲੱਗ ਕੇ ਮਹਾਰਾਜ ਨੂੰ ਬਾਹਰ ਕੱਢਤਾ ਸੀਗਾ ਵੀ ਮੀਂਹ ਨਹੀਂ ਪੈਂਦਾਗਾ। ਤੇ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ ਮੇਰੇ ਪਾਤਸ਼ਾਹ ਕਿੱਧਰ ਗਏ? ਕਹਿਣ ਲੱਗੇ ਖਹਿਰੇ ਜਾਤ ਦੇ ਜੱਟਾਂ ਨੇ ਬਾਹਰ ਕੱਢਤਾ। ਕਿਉਂ ਕੱਢਿਆ? ਕਹਿੰਦੇ ਸਿੱਧ ਕਹਿੰਦਾ ਜਿੰਨਾ ਚਿਰ ਗੁਰੂ ਅੰਗਦ ਦੇਵ ਮਹਾਰਾਜ ਆ ਉਹਨਾਂ ਚਿਰ ਮੀਂਹ ਨਹੀਂ ਪੈਣਾ। ਮਹਾਰਾਜ ਕਹਿੰਦੇ ਵੀ ਜਿੱਧਰ ਨੂੰ ਇਹਦੀ ਬੋਟੀ ਲੈ ਕੇ ਜਾਓਗੇ ਨਾ ਸਿੱਧ ਦੀ, ਉੱਧਰ ਹੀ ਮੀਂਹ ਪਊਗਾ। ਦਿੱਤੀ ਕਿ ਨਹੀਂ ਸਜ਼ਾ ਬਣਦੀ? ਜੇ ਗੁਰੂ ਅਮਰਦਾਸ ਮਹਾਰਾਜ ਕਹਿ ਦਿੰਦੇ ਨਹੀਂ ਭਾਈ ਇੱਦਾਂ ਨਹੀਂ, ਮਹਾਰਾਜ ਨੇ ਕਿਹਾ ਮੇਰੇ ਗੁਰੂ ਦੀ ਬੇਅਦਬੀ ਕੀਤੀ ਆ, ਤੇ ਅੱਜ ਦੇ ਹੁੰਦੇ ਢੱਡਰੀਆਂ ਵਾਲਾ ਜਿੰਨੇ ਕਾਮਰੇਡ ਇਹ ਜੀ ਗਲਤ ਕੀਤਾ, ਇਹ ਜੀ ਇੱਦਾਂ ਬੈਠ ਕੇ ਉਹਦੀ ਬੋਟੀ ਕਰ ਦਿੱਤੀ ਆ। ਹੱਦ ਹੋ ਗਈ ਆ ਯਾਰ। ਜਿੱਥੇ ਸਾਨੂੰ ਗੁਰੂ ਨੇ ਨਿਮਰਤਾ ਦਿੱਤੀ ਆ ਉੱਥੇ ਸਾਨੂੰ ਵੀਰ ਰਸ ਵੀ ਸਿਖਾਇਆ। ਪਰ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਮੇਰੇ ਗੁਰੂ ਦੀ ਬੇਅਦਬੀ ਕਰਦਾ, ਉਦੋਂ ਨਿਮਰਤਾ ਨਾ ਕਰ ਲਿਆਇਓ। ਸਾਹਮਣੇ ਬੇਅਦਬੀ ਹੋਵੇ, ਧੀ ਭੈਣ ਦੀ ਕੋਈ ਇੱਜ਼ਤ ਲੁੱਟੇ, ਤੁਸੀਂ ਕਹੋ ਨਹੀਂ ਜਿਸ ਤੇ ਨਿਮਰਤਾ ਰੱਖਣੀ ਆ। ਕਾਹਦੀ ਨਿਮਰਤਾ? ਫਿਰ ਉਹ ਧੀ ਭੈਣ ਦੀ ਇੱਜ਼ਤ ਲੁੱਟੇ, ਸਾਡੇ ਪਿਤਾ ਦੇ ਕੋਈ ਦਾੜੀ ਨੂੰ ਹੱਥ ਪਾਵੇ, ਫਿਰ ਨਿਮਰਤਾ ਨਹੀਂ ਸਿਖਾਈ ਸਾਨੂੰ ਮਹਾਰਾਜ ਨੇ। ਬਣਦੀ ਸਜ਼ਾ। ਫਿਰ ਮੈਂ ਇੱਕ ਗੱਲ ਹੋਰ ਇਤਿਹਾਸ ਦੇ ਝਰੋਖੇ ਵਿੱਚੋਂ ਬੋਲਦਾ, ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਸੱਤੇ ਤੇ ਬਲਵੰਡੇ
ਭਾਈ ਸੱਤਾ ਤੇ ਭਾਈ ਬਲਵੰਡਾ ਉਹ ਰਾਗੀ ਦੀ ਭੈਣ ਦਾ ਵਿਆਹ ਸੀਗਾ ਉਦੋਂ। ਤੇ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਮਾਇਆ ਦੇਵਾਂਗੇ, 100 ਰੁਪਈਆ ਮਾਇਆ ਦਿੱਤੀ। ਕਹਿੰਦੇ ਥੋੜੀ ਹੈ। ਤੇ ਅਗਲੇ ਦਿਨ ਕੀਰਤਨ ਨਹੀਂ ਕਰਨਾ ਹੈ। ਬਾਬਾ ਬੁੱਢਾ ਜੀ ਗਏ, ਭਾਈ ਗੁਰਦਾਸ ਜੀ ਆਏ, ਨਹੀਂ ਆਏ। ਫਿਰ ਗੁਰੂ ਅਰਜਨ ਦੇਵ ਖੁਦ ਲੈਣ ਗਏ ਆ, ਭਾਈ ਸੱਤਿਆ ਆ ਜਾ ਕੀਰਤਨ ਕਰੀਏ। ਭਾਈ ਸੱਤਾ ਤੇ ਬਲਵੰਡਾ ਕਹਿਣ ਲੱਗਾ ਵੀ ਜੇ ਤੁਹਾਡੇ ਵੱਡੇ ਨਾਲ ਸਾਡਾ ਵੱਡਾ ਭਾਈ ਮਰਦਾਨਾ ਨਾ ਹੁੰਦਾ ਤੇ ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ। ਮਹਾਰਾਜ ਕਹਿੰਦੇ ਸਾਨੂੰ ਭਾਵੇਂ ਗਾਲਾਂ ਕੱਢ ਲੈਂਦਾ, ਪਰ ਤੂੰ ਗੁਰੂ ਨਾਨਕ ਦੀ ਨਿੰਦਿਆ ਕੀਤੀ ਆ, ਤੇਰੀ ਜਿਹੜੀ ਜ਼ੁਬਾਨ ਹੈ ਇਹ ਫਿੱਟ ਜਾਵੇਗੀ, ਕੋੜ ਚੱਲੇਗਾ। ਭਾਵੇਂ ਭਾਈ ਲੱਦੇ ਨੇ ਬਖਸ਼ਾਲੇ ਸੀਗੇ, ਬਣਦੀ ਸਜ਼ਾ ਦਿੱਤੀ ਕਿ ਨਹੀਂ ਗੁਰੂ ਨੇ ਉਸੇ ਵੇਲੇ। 10ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹ ਕੇ ਦੇਖੋ, 6ਵੇਂ ਪਾਤਸ਼ਾਹ ਦਾ ਪੜ੍ਹ ਲਓ ਲੈ। 6ਵੇਂ ਪਾਤਸ਼ਾਹ ਦੀਆਂ 4 ਜੰਗਾਂ ਹੋਈਆਂ। ਤੁਹਾਨੂੰ ਪਤਾ 4 ਜੰਗਾਂ ਕਿਹਦੇ? ਮੈਂ ਕਹਿੰਦਾ ਵੀ ਯਾਰ ਜਿਹੜੇ ਕਹਿੰਦੇ ਆ ਮਾੜਾ ਹੋਇਆ ਜੀ, ਇਹ ਗਲਤ ਹੋਇਆ ਜੀ, ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ ਜੀ। ਜੇ ਉਹਨਾਂ ਸਮਿਆਂ ਵਿੱਚ ਤੁਸੀਂ ਹੁੰਦੇ ਆ ਢੱਡਰੀਆਂ ਵਾਲਾ ਵਰਗਾ ਹੁੰਦਾ, ਜਾਂ ਜਿਹੜੇ ਦੂਜੇ ਤੀਜੇ ਕਾਮਰੇਡ ਹੁੰਦੇ, ਜਾਂ ਜਿਹੜੇ ਹੋਰ ਕਰਤਕਾਣਾ ਆ ਹਿੰਦੂ ਵੀਰ ਜਿਹੜੇ ਉਹ ਬੋਲੀ ਜਾਂਦੇ, ਤੇ ਉਹਨਾਂ ਨੇ ਤਾਂ ਫਿਰ ਉਸ ਵੇਲੇ ਵੀ ਇਹ ਗੱਲ ਕਹਿਣੀ ਸੀਗੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਲੋਹਗੜ੍ਹ ਕਿਲ੍ਹੇ ਦੇ ਵਿੱਚ ਪਹਿਲੀ ਜੰਗ ਹੋ ਰਹੀ ਅੰਮ੍ਰਿਤਸਰ ਦੇ ਵਿੱਚ। ਉਹਦਾ ਕਾਰਨ ਕੀ ਸੀਗਾ? ਸ਼ਾਹਜਹਾਨ ਦਾ ਬਾਜ ਆ ਗਿਆ ਸੀ ਉੱਡ ਕੇ, ਤੇ ਮਹਾਰਾਜ ਨੇ ਉਹ ਬਾਜ ਪਕੜ ਲਿਆ। ਤੇ ਉਸ ਵੇਲੇ ਉਹਨੇ ਭੇਜੇ ਬੰਦੇ ਬਾਜ, ਜਦੋਂ ਮਹਾਰਾਜ ਕਹਿੰਦੇ ਜੋ ਸਾਡੇ ਕੋਲੇ ਆ ਗਿਆ, ਕਹਿੰਦੇ ਉਹ ਕਦੇ ਵਾਪਸ ਨਹੀਂ ਹੁੰਦਾ ਗਾ। ਇੱਕ ਬਾਜ ਪਿੱਛੇ ਜੰਗ ਹੋ ਰਿਹਾ, ਬਾਜ ਪਿੱਛੇ। ਅੱਜ ਦੇ ਕਹਿੰਦੇ ਨਹੀਂ ਜੀ ਬਾਜ ਦੇ ਦੇਣਾ ਚਾਹੀਦਾ ਸੀ ਮਹਾਰਾਜ ਨੂੰ ਜੀ, ਇਹ ਮਹਾਰਾਜ ਨੇ। ਤੁਸੀਂ ਮਹਾਰਾਜ ਤੋਂ ਉਂਗਲ ਉਠਾ ਦੋਗੇ? ਅਣਖ ਨਾਲ ਔਰ ਇੱਜ਼ਤ ਨਾਲ ਸਾਨੂੰ ਜਿਉਣ ਦਾ ਢੰਗ ਸਿਖਾਇਆ ਮਹਾਰਾਜ ਨੇ। ਫਿਰ ਦੂਜੀ ਜੰਗ ਹੋਈ ਆਪਾਂ ਨੂੰ ਪਤਾ, ਸ੍ਰੀ ਹਰਗੋਬਿੰਦਪੁਰ। ਉਹ ਜੰਗ ਦਾ ਕਾਰਨ ਕੀ ਸੀਗਾ? ਭਗਵਾਨ ਦਾ ਸਕੇਰਨ। ਇਤਿਹਾਸ ਪੜ੍ਹ ਕੇ ਦੇਖੋ ਸਾਰਾ ਇਤਿਹਾਸ। ਭਗਵਾਨ ਦਾ ਸਕੇਰਨ ਸੀਗਾ, ਉਹ ਚੌਧਰੀ ਸੀਗਾ। ਜਦੋਂ 6ਵੇਂ ਪਾਤਸ਼ਾਹ ਉੱਥੇ ਜਾ ਕੇ ਬੈਠੇ, ਤੇ ਇਹ ਜਿਹੜਾ ਭਗਵਾਨ ਦਾ ਸਕੇਰਨ ਸੀ ਉਹ ਕਹਿਣ ਲੱਗਾ ਵੀ ਇੱਥੇ ਮਹਾਰਾਜ ਨੂੰ ਕਹਿ ਤੁਸੀਂ ਕਿਉਂ ਆ ਕੇ ਬੈਠੇ ਆ? ਮਹਾਰਾਜ ਕਹਿੰਦੇ ਭਾਈ ਚਲੇ ਜਾਵਾਂਗੇ, ਕੁਝ ਸਮਾਂ ਅਸੀਂ ਆਰਾਮ ਕਰਨਾ, ਤੁਸੀਂ ਇੱਥੇ ਖਾੜਕੂ ਬਹਿ ਗਏ ਆ, ਤੁਸੀਂ ਇੱਥੇ ਫਲਾਨਾ ਕਰਦੇ ਆ। ਤੇ ਤੁਹਾਡੇ ਵਰਗੇ ਹੁੰਦੇ ਨਾ ਜਿਹੜੇ ਢੱਡਰੀਆਂ ਵਾਲੇ ਵਰਗੇ ਸਲਾਹ ਕਰੋ, ਕਹਿੰਦੇ ਜੀ ਨਹੀਂ ਜੀ ਚੱਲ ਗਏ ਇੱਥੋਂ ਆਪਾਂ, ਰਹਿਣ ਦੋ ਜੀ, ਲੜਾਈ 'ਚ ਕੀ ਆ। ਬਸ ਇੰਨੀ ਗੱਲ ਤੁਹਾਡੇ ਵਰਗੇ ਨੇ ਆਹੀ ਕਹਿਣੀ ਸੀ। ਤੇ ਮਹਾਰਾਜ 6ਵੇਂ ਪਾਤਸ਼ਾਹ ਨੇ ਹੁਕਮ ਕੀਤਾ। ਮਹਾਰਾਜ ਕਹਿੰਦੇ ਬਹੁਤ ਤਾਂ ਚੜ੍ਹੀ ਜਾਂਦਾ, ਭਾਈ ਬਿਧੀ ਚੰਦ ਹੋਰਾਂ ਨੂੰ ਕਹਿੰਦੇ ਝਟਕਾ ਦਿਓ, ਤੇ ਉਹ ਝਟਕਾਤਾ। ਉਦੋਂ ਜੰਗ ਹੋਈ, ਆਪਾਂ ਨੂੰ ਪਤਾ, ਉਹਦੇ ਪੁੱਤਰ ਰਤਨ ਚੰਦ ਨੇ ਸੈਨਾ ਨਾਲ ਰਲ ਕੇ ਮਹਾਰਾਜ ਨਾਲ ਜੰਗ ਕੀਤੀ। ਉਹ ਜੰਗ ਦਾ ਕਾਰਨ ਪਿੱਛੇ ਕੀ ਸੀ? ਤੁਹਾਡੇ ਵਰਗੇ ਹੁੰਦੇ ਨਹੀਂ ਜੀ ਮਹਾਰਾਜ ਜੀ ਆਪਾਂ ਅੱਗੇ ਚੱਲ ਜਾਈਏ ਜੀ, ਆਪਾਂ ਰਹਿਣ ਦੇਈਏ ਜੀ, ਇਹ ਜੀ ਮਾੜਾ ਹੋਊਗਾ। ਤੀਜੀ ਜੰਗ ਮਹਾਰਾਜ ਦੀ ਹੋਈ ਆ, ਤੁਹਾਨੂੰ ਪਤਾ, ਜਿਹੜਾ ਘਾਈ ਬਣ ਕੇ ਬਾਬਾ ਬਿਧੀ ਚੰਦ ਘੋੜੇ ਲੈਣ ਗਿਆ ਸੀਗਾ, ਆਪਾਂ ਨੂੰ ਪਤਾ, ਭਲੀ ਪ੍ਰਕਾਰ ਸ਼ਾਹਜਹਾਨ ਦੇ ਕਿਲ੍ਹੇ 'ਚੋਂ ਘੋੜੇ ਲੈ ਕੇ ਆਇਆ ਸੀਗਾ। ਨਾਲੇ ਉਹਦੇ ਗੁਲਾਬ ਦੇ ਦਿਲਬਾਗ ਉਹਨਾਂ ਦੇ ਘੋੜੇ ਸੀ ਸ਼ਾਹਜਹਾਨ ਦੇ, ਫਿਰ ਵੀ ਲੈ ਕੇ ਆਇਆ। ਤੇ ਉਹ ਕਹਿੰਦੇ ਜੰਗ ਕਰਾਂਗੇ। ਮਹਾਰਾਜ ਕਹਿੰਦੇ ਤਿਆਰ ਬਰ ਤਿਆਰ ਬੈਠੇ ਆ ਜਾਓ ਜਿੱਥੇ ਮਰਜੀ। ਮਹਾਰਾਜ ਨੇ ਜਿਹੜੀਆਂ ਜੰਗਾਂ ਕੀਤੀਆਂ ਉਹਨਾਂ ਦੇ ਪਿੱਛੇ ਕਾਰਨ ਦੇਖੋ ਤੁਸੀਂ। ਜਿੱਥੇ ਇੱਜ਼ਤ ਪੱਤ ਨਾਲ ਜਿਉਣ ਲਈ ਸਾਨੂੰ ਮਹਾਰਾਜ ਨੇ ਸਿਖਾਇਆ, ਉੱਥੇ ਧਰਮ ਨਾਲ ਲੜਨਾ ਵੀ ਸਿਖਾਇਆ। ਉਹ ਯਾਰ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਕੋਈ ਮਾੜੀ ਮੋਟੀ ਗੱਲ ਥੋੜ੍ਹੀ ਆ। 10ਵੇਂ ਪਾਤਸ਼ਾਹ ਇਤਿਹਾਸ ਪੜ੍ਹੋ। 10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਾੜੀ ਰਾਜੇ ਸੀ ਜਿਹੜੇ। ਪਹਾੜੀ ਰਾਜਿਆਂ ਦੇ ਸਮੇਂ ਮਹਾਰਾਜ ਨੇ ਨਗਾਰਾ ਮੜਿਆ ਬਹੁਤ ਤਕੜਾ। ਜਦੋਂ ਨਗਾਰੇ ਦੀ ਚੋਟ ਲੱਗੀ ਤੇ ਮਸੰਦਾਂ ਨੇ ਜਾ ਕੇ ਇੱਕ ਗੱਲ ਕਹੀ, ਮਾਤਾ ਜੀ ਨੂੰ ਕਹਿਣ ਲੱਗੇ ਜੀ ਨਗਾਰਾ ਨਾ ਵਜਾਓ। ਢੱਡਰੀਆਂ ਵਰਗੇ ਮਸੰਦ ਸੀਗੇ ਉਦੋਂ, ਆ ਕਾਮਰੇਡਾਂ ਵਰਗੇ। ਮਹਾਰਾਜ ਜੀ ਨੂੰ ਕਹੋ ਵੀ ਨਗਾਰਾ ਨਾ ਵਜਾਵੇ ਜੀ। ਤੇ ਮਾਤਾ ਨੇ ਬੇਨਤੀ ਵੀ ਕੀਤੀ, ਪੁੱਤਰ ਜੀ। ਗੁਰੂ ਸਾਹਿਬ ਕਹਿਣ ਲੱਗੇ ਮਾਤਾ ਜੀ ਡਰ ਕੇ ਨਹੀਂ ਰਹਿਣਾਗਾ। ਮਹਾਰਾਜ ਨੇ ਨਗਾਰਾ ਵਜਾਇਆ, ਤੇ ਜਦੋਂ 22 ਤਾਰੀਖੇ ਰਾਜੇ ਸਾਰੇ ਕੰਮ ਉੱਠੇ, ਤੇ ਮਹਾਰਾਜ ਨੇ ਨਾਂ ਰੱਖਿਆ ਰਣਜੀਤ ਨਗਾਰਾ। ਤੇ ਅੱਜ ਦੇ ਹੁੰਦੇ ਤੇ ਕਹਿੰਦੇ ਮਹਾਰਾਜ ਨੇ ਨਗਾਰਾ ਕਿਉਂ ਵਜਾਇਆ ਜੀ, ਡਰ ਜਾਣਾ ਸੀਗਾ। ਹਾਲਾਂਕਿ ਪਹਾੜੀ ਰਾਜਿਆਂ ਨੇ ਗਦਾਰੀਆਂ ਕੀਤੀਆਂ। ਇਤਿਹਾਸ ਬਹੁਤ ਲੰਮਾ, ਥਾਵਾਂ ਥਾਵਾਂ ਤੇ ਗਦਾਰੀ ਕੀਤੀ ਪਹਾੜੀ ਰਾਜਿਆਂ ਨੇ। ਤੁਹਾਨੂੰ ਪਤਾ ਪਹਾੜੀ ਰਾਜਿਆਂ ਨਾਲ ਜੰਗ ਕਿਵੇਂ ਹੋਈ ਆ? ਮੈਂ ਗਿਆਨ ਦੇਣ ਦੇ ਲਈ ਇਹ ਗੱਲ ਵਿਚਾਰ ਕਰ ਰਿਹਾ ਵੀ ਅੱਜ ਦੇ ਸਮੇਂ ਦੇਖੋ, ਜਦੋਂ ਪਹਿਲੀ ਜੰਗ ਭਗਾਣੀ ਜੰਗ ਦਾ ਕਾਰਨ ਕੀ ਸੀਗਾ? ਰਾਜਾ ਰਾਮ ਰਾਏ ਸੀਗਾ, ਜੈਪੁਰ ਦਾ ਪੁੱਤਰ ਸੀਗਾ ਰਤਨ ਚੰਦ। ਤੇ ਉਹ ਮਹਾਰਾਜ ਦੇ ਲਈ 5 ਕਲਾ ਸ਼ਸਤਰੀ ਤੇ ਆਪਣੇ ਕਟਾਰ ਤੇ ਚੌਂਕੀ ਤੇ ਆਪਣਾ ਪ੍ਰਸ਼ਾਦੀ ਹਾਥੀ ਲੈ ਕੇ ਆਇਆ ਸੀਗਾ। ਜਦੋਂ ਮਹਾਰਾਜ ਨੇ ਰਣਜੀਤ ਨਗਾਰਾ ਵੱਜਿਆ, ਤੇ ਇਹਨੇ 22 ਧਰ ਦੇ ਰਾਜੇ ਭੀਮ ਚੰਦ ਨੇ ਉਸ ਵੇਲੇ ਆਪਣਾ ਵਕੀਲ ਭੇਜਿਆ। ਕਹਿੰਦਾ ਮਹਾਰਾਜ ਦਰਸ਼ਨ ਕਰਨੇ ਚਾਹੁੰਦੇ ਆ ਤੁਹਾਡਾ ਰਾਜਾ। ਤੇ ਮਹਾਰਾਜ ਕਹਿੰਦੇ ਆ ਜੇ ਰਾਜਾ ਦਰਸ਼ਨ ਕਰਨ ਆਇਆ। ਉਹਨੇ ਦੇਖਿਆ ਵੀ ਇਹ ਪ੍ਰਸ਼ਾਦੀ ਹਾਥੀ ਹੈ, 5 ਕਲਾ ਸ਼ਸਤਰ ਹੈ, ਤੇ ਮਹਾਰਾਜ ਦੇ ਲਈ ਕਾਬਲ ਤੋਂ ਸੰਗਤ 2.5 ਲੱਖ ਦਾ ਚੰਦੋਆ ਲੈ ਕੇ ਆਈ ਸੀਗੀ। ਤੇ ਇਹਦੀ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਸੀਗਾ। ਰਾਜਾ ਜਿਹੜਾ ਸੀਗਾ ਆਪਣਾ ਉਹ ਸ਼੍ਰੀ ਚੰਦ ਦਾ ਸੀਗਾ, ਫਤਿਹ ਸ਼ਾਹ ਰਾਜਾ। ਇਹਨੇ ਕਿਹਾ ਵੀ ਮੈਂ ਉੱਥੇ ਦਿਖਾਵਾਂਗਾ। ਇਹਨੇ ਮਹਾਰਾਜ ਤੋਂ ਮੰਗਿਆ ਘੋੜਾ, ਵਾਹਿਗੁਰੂ ਹਾਥੀ, ਪ੍ਰਸ਼ਾਦੀ ਤੇ 2.5 ਲੱਖ ਦਾ ਤੰਬੂ ਤੇ 5 ਕਲਾ ਸ਼ਸਤਰ। ਮਹਾਰਾਜ ਨੇ ਕਿਹਾ ਨਹੀਂ ਦੇਣਾ।
ਇਹ ਕਹਿਣ ਲੱਗਾ ਜੀ ਆਓ ਕਿਉਂ ਮਹਾਰਾਜ ਕਹਿੰਦੇ ਨਹੀਂ ਦਿੰਦੇ ਭਾਈ, ਸੰਗਤ ਦੀ ਵਸਤੂ ਅਸੀਂ ਨਹੀਂ ਦੇ ਸਕਦੇਗੇ, ਇਹ ਸੰਗਤ ਦੀਆਂ ਭੇਟਾਵਾਂ। ਅੱਜ ਦੇ ਹੁੰਦੇ ਜੀ ਦੇ ਦਿਓ ਤੁਸੀਂ ਜੀ, ਇੱਦਾਂ ਮਹਾਰਾਜ ਇਹ ਤਾਂ ਜੰਗ ਬਣ ਜੂਗੀ ਜੀ, ਇਹ ਤਾਂ ਅੱਜ ਦੇ ਜਿਹੜੀਆਂ ਲੱਲੀਆਂ ਕੱਢਦੇ। ਮਹਾਰਾਜ ਕਹਿੰਦੇ ਨਹੀਂ ਦੇਵਾਂਗੇ। ਉਹ ਕਹਿੰਦਾ ਮੈਂ ਜੰਗ ਕਰੂੰਗਾ। ਮਹਾਰਾਜ ਕਹਿੰਦੇ ਆ ਜਾ, ਜੰਗ ਕਰਨ ਲਈ ਤਿਆਰ ਹਾਂ ਅਸੀਂ। ਜੰਗ ਕਰਨ ਲਈ ਮਹਾਰਾਜ ਕਹਿਣ ਲੱਗੇ ਮੈਂ ਪ੍ਰਗਟ ਹੋਇਆ। ਤੇ ਪਹਾੜੀ ਰਾਜਿਆਂ ਨੇ ਫਿਰ ਜੰਗ ਕਰਨ ਦੀ ਤਿਆਰੀ ਤਾਂ ਬਣਾ ਲਈ ਸੀਗੀ, ਪਰ ਉਸ ਵੇਲੇ ਸਿਆਣੇ ਜਿਹੜੇ ਰਾਜੇ ਸੀਗੇ ਉਹਨਾਂ ਸਮਿਆਂ ਦੇ, ਉਹ ਜਿਹੜੇ ਰਾਜੇ ਸੀ ਉਹ ਕਹਿਣ ਲੱਗੇ ਜੰਗ ਨਾ ਕਰੋ। ਰਾਜਾ ਭੀਮ ਚੰਦ ਜੀ ਤੁਹਾਡੇ ਪੁੱਤਰ ਦਾ ਵਿਆਹ। ਫਿਰ ਜੰਗ ਚੜ੍ਹੀ ਇੱਥੋਂ ਕਹਿਲੂਰ ਤੋਂ ਜੰਗ ਚੜ੍ਹ ਕੇ ਤੇ ਸ੍ਰੀਨਗਰ ਨੂੰ ਜਾ ਰਹੀ ਸੀ। ਰਸਤੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਂਟਾ ਸਾਹਿਬ ਸੀਗੇ। ਤੇ ਜਦੋਂ ਪਤਾ ਲੱਗਿਆ ਵੀ ਜੰਨ ਆ ਰਹੀ ਆ, ਮਹਾਰਾਜ ਨੇ ਹੁਕਮ ਕਰਤਾ। ਮਹਾਰਾਜ ਕਹਿੰਦੇ ਜੰਨ ਨਹੀਂ ਟੱਪਣ ਦੇਣੀ ਅਸੀਂ। ਦੇਖੋ ਅੱਜ ਦੇ ਹੁੰਦੇ ਨਾ ਜੀ ਮਹਾਰਾਜ ਜੰਨ ਟੱਪ ਲੈਣ ਦਿਓ ਜੀ, ਢੱਡਰੀਆਂ ਵਾਲੇ ਵਰਗੇ ਨਾ ਜੀ ਮਹਾਰਾਜ ਜੰਨ ਟੱਪ ਲੈ। ਮੈਂ ਹੈਰਾਨ ਆ ਯਾਰ, ਮਹਾਰਾਜ ਕਹਿੰਦੇ ਜੰਨ ਨਹੀਂ ਟੱਪਣ ਦੇਣੀ। ਮਹਾਰਾਜ ਨੇ ਹੁਕਮ ਕਰ ਦਿੱਤਾ। ਫਿਰ ਇਹ ਆਏ, ਮਹਾਰਾਜ ਜੀ ਕਿਰਪਾ ਕਰੋ। ਮਹਾਰਾਜ ਕਹਿੰਦੇ ਚੰਗਾ ਫਿਰ ਲਾੜਾ ਤੇ ਸਰਵਾਲਾ ਲੰਘ ਜਾਣ। ਲਾੜਾ ਤੇ ਸਰਵਾਲਾ ਲੰਘਾਇਆ। ਇੱਧਰ ਰਾਜਾ ਜਿਹੜਾ ਫਤਿਹ ਸ਼ਾਹ ਸੀਗਾ, ਗੁਰੂ ਸਾਹਿਬ ਨਾਲ ਪਿਆਰ ਰੱਖਦਾ ਸੀਗਾ, ਉਹਨੇ ਆਪਣੀ ਪੁੱਤਰੀ ਦੇ ਵਿਆਹ ਤੇ ਸੱਦਿਆ ਸੀਗਾ। ਤੇ ਮਹਾਰਾਜ ਨੇ ਇੱਕ ਸਿੰਘ ਨੂੰ ਭੇਜਿਆ ਸੀਗਾ, ਮੇਰੇ ਖਿਆਲ ਮੈਂ ਨਾਮ ਵਿਸਰ ਗਿਆ। ਉਹ ਫਿਰ ਤੰਬੂ ਲੈ ਕੇ ਗਿਆ ਸੀਗਾ 1.25 ਲੱਖ ਦਾ ਭੇਟਾ ਵਜੋਂ, ਜਿਵੇਂ ਆਪਾਂ ਦਿੰਦੇ ਹਾਂ ਕਿਸੇ ਧੀ ਭੈਣ ਨੂੰ। ਤੇ ਰਾਜਾ ਭੀਮ ਚੰਦ ਰਾਜੇ ਫਤਿਹ ਸ਼ਾਹ ਦਾ ਕੁੜਮ ਸੀ। ਅੱਗ ਲੱਗ ਗਈ। ਕਹਿੰਦਾ ਵੀ ਇਹ ਕੀ? ਉਹ ਕਹਿੰਦਾ ਮੈਂ ਤਾਂ ਵਰਤੂੰਗਾ ਤੇਰੇ ਨਾਲ। ਆਪਣੇ ਕੁੜਮ ਨੂੰ ਕਹਿਣ ਲੱਗਾ ਫਤਿਹ ਸ਼ਾਹ ਨੂੰ ਵੀ ਜੇ ਤੂੰ ਉਹਦਾ ਇਹ ਭੇਟਾ ਵਾਪਸ ਕਰਾਊਂਗਾ। ਉਹ ਹੁਣ ਕੁੜਮਚਾਰੀ ਸੀ, ਮਹਾਰਾਜ ਦੀ ਭੇਟਾ ਵਾਪਸ ਕਰਵਾ ਦਿੱਤੀ। ਫਿਰ ਚੜ੍ਹ ਕੇ ਆਇਆ ਰਾਜਾ ਫਤਿਹ ਸ਼ਾਹ ਮਹਾਰਾਜ ਤੇ ਮਹਾਰਾਜ ਨੇ ਤੀਰ ਮਾਰ ਕੇ ਭੁੰਨ ਦਿੱਤਾ ਤੇ ਗੁਰੂ ਸਾਹਿਬ ਨੇ ਭਗਾਣੀ ਦੀ ਪਹਿਲੀ ਜੰਗ ਜਿੱਤੀ। ਤੇ ਅੱਜ ਦੇ ਹੁੰਦੇ ਕਹਿੰਦੇ ਨਹੀਂ ਜੀ ਆਪਾਂ ਘੋੜਾ ਹਾਥੀ ਵੀ ਦੇ ਦਿੰਦੇ ਆ ਜੀ, ਆਪਾਂ ਆਹ ਵੀ ਕਰ ਦਿੰਦੇ ਆ ਜੀ। ਇਤਿਹਾਸ ਤਾਂ ਪੜ੍ਹ ਕੇ ਦੇਖੋ, ਥਾਵਾਂ ਥਾਵਾਂ 'ਤੇ ਗਦਾਰੀ ਕੀਤੀ ਇਹਨਾਂ ਰਾਜਿਆਂ ਨੇ। ਫਿਰ ਜਿਸ ਵੇਲੇ ਇਹ ਔਰੰਗਜ਼ੇਬ ਨੇ ਟੈਕਸ ਲੈਣ ਲਈ ਭੇਜੇ ਸੀਗੇ, ਇਹ ਜਰਨੈਲ ਸੀਗੇ, ਤੇ ਇਹਨਾਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ ਪਹਾੜੀ ਰਾਜਿਆਂ ਨੇ ਕਿ ਮਹਾਰਾਜ ਜੀ ਇਸ ਕਿਰਪਾ ਕਰੋ, ਅਸੀਂ ਜੰਗ ਨਹੀਂ ਕਰ ਸਕਦੇਗੇ, ਸਾਡੀ ਮਦਦ ਕਰੋ। ਮਹਾਰਾਜ ਨੇ ਫਿਰ ਸ਼ਰਨ ਆਇਆ ਦੀ ਮਦਦ ਕੀਤੀ। ਪਰ ਇਤਿਹਾਸ ਪੜ੍ਹੋ ਇਹਨਾਂ ਦਾ, ਮੇਰੇ ਕੋਲ ਸਮਾਂ ਨਹੀਂ, ਵੀ ਥਾਵਾਂ ਥਾਵਾਂ 'ਤੇ ਕਰਤਘਣ ਹੋਏ ਆ, ਥਾਵਾਂ ਥਾਵਾਂ 'ਤੇ। ਅੱਜ ਮਿੱਤਰੋੜੇ ਵਰਗੇ ਬੋਲਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਕਿਸੇ ਕਕਾਰ ਦੀ ਬੇਅਦਬੀ ਹੁੰਦੀ ਹੈ, ਤੇ ਇਹਨਾਂ ਦੀ ਜ਼ਬਾਨ ਚੁੱਪ ਹੋ ਜਾਂਦੀ ਹੈ, ਕੋਈ ਨਹੀਂ ਬੋਲਦਾਗਾ। ਕਰਤਘਣੋ ਅਗਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾ ਹੁੰਦੇ, ਗੁਰੂ ਤੇਗ ਬਹਾਦਰ ਨਾ ਹੁੰਦੇ, ਤੇ ਮੰਦਰਾਂ ਵਿੱਚ ਟਾਲ ਨਹੀਂ ਖੜਕਣੇ ਸੀਗੇ। ਜਨੇਊ ਤੇ ਧੋਤੀਆਂ ਤੇ ਬੋਦੀਆਂ ਅੱਜ ਮਿਲਣੀਆਂ ਨਹੀਂ ਸੀਗੀਆਂ, ਵੇਦਾਂ ਦੀਆਂ ਧੁਨਾਂ ਨਹੀਂ ਗੂੰਜਣੀਆਂ ਸੀਗੀਆਂ। ਮੈਂ ਇੱਕ ਬੇਨਤੀ ਕਰਦਾ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਪਰ ਜਿਸ ਵੇਲੇ ਗੁਰੂ ਦੀ ਬੇਅਦਬੀ ਹੁੰਦੀ ਆ ਉਸ ਵੇਲੇ ਇਹ ਕੋਈ ਨਹੀਂ ਬੋਲਦਾ। ਔਰ ਗੁਰੂ ਦੀ ਬੇਅਦਬੀ ਕਰਨ ਨੂੰ ਸੋਧਾ ਲਾਇਆ ਜਾਂਦਾ ਤੇ ਇਹ ਵੀਡੀਓ ਪਾਉਂਦੇ ਆ। ਤੇ ਫਿਰ 9 ਮਾਸ ਦਾ ਰਸਤਾ ਕਿੱਦਾਂ ਹੋਇਆ ਦੱਸੋ ਮੈਨੂੰ? 9 ਮਾਸ ਦਾ ਰਸਤਾ ਕਹਿਣ ਵਾਲਿਓ। ਔਰ ਦੂਜਾ ਮੈਨੂੰ ਦੁੱਖ ਬਹੁਤ ਲੱਗਿਆ, ਮੈਂ ਕਈ ਦਿਨਾਂ ਤੋਂ ਵੀਡੀਓ ਸੁਣ ਰਿਹਾ ਵੀ ਜਿਹੜੇ ਪੰਥਕ ਦੁਖੀ ਆ ਸਭ ਖੁੱਡਾਂ 'ਚੋਂ ਨਿਕਲ ਕੇ ਐਤਕੀ ਬੋਲੇ ਆ। ਕਮ ਸੇ ਕਮ ਤੁਸੀਂ ਉਹਨਾਂ ਚਿਰ ਤਾਂ ਚੁੱਪ ਰਹੋ ਵੀ ਜਿੰਨਾ ਚਿਰ ਪੂਰੀ ਜਾਂਚ ਨਹੀਂ ਹੁੰਦੀਗੀ। ਹਾਲਾਂਕਿ 90% ਜਿਹੜਾ ਇਸ਼ਾਰਾ ਜਾ ਰਿਹਾ ਵੀ ਉਹ ਬੰਦਾ ਬੇਅਦਬੀ ਕਰਨ ਗਿਆ ਸੀਗਾ। ਤੇ ਲਾਹਣਤ ਉਹਨਾਂ ਲੋਕਾਂ ਨੂੰ ਜਿਹੜੇ ਜਾ ਕੇ ਤੇ ਉੱਥੇ ਕਹਿੰਦੇ ਆ ਵੀ ਆ ਮਾਇਆਵਤੀ ਨੇ ਕਿਹਾ ਵੀ 50 ਲੱਖ ਰੁਪਈਆ ਦਿਓ, ਨੌਕਰੀ ਦਿਓ। ਸ਼ਰੇਆਮ ਬੋਲ ਰਹੀ ਹੈ ਮਾਇਆਵਤੀ ਵੀ ਸਿੱਖਾਂ ਦੇ ਵਿਰੋਧ ਵਿੱਚ, ਵੀ ਕੱਲ੍ਹ ਨੂੰ ਕੋਈ ਹੋਰ ਬੇਅਦਬੀ ਕਰੇ ਤੇ ਇੱਕ ਨੌਕਰੀ ਵੀ ਮਿਲੂਗੀ। ਉਹ 9 ਮਾਸ ਦੇ ਰਸਤੇ ਵਾਲਿਓ, ਤੁਹਾਨੂੰ ਇਹਨਾਂ ਨੇ ਕੱਖ ਨਹੀਂ ਦੇਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਜਿੰਨਾ ਚਿਰ ਤੁਹਾਡਾ ਖਾਲਸਾ ਰਾਜ ਨਹੀਂ ਆਉਂਦਾ ਤੇ ਯਾਦ ਰੱਖਿਓ ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਸੋ ਮੈਂ ਇਹ ਕਰਤਘਣਾਂ ਦਾ ਤੇ ਗਦਾਰਾਂ ਦਾ ਪਰਦਾ ਫਾਸ਼ ਕੀਤਾ ਇਤਿਹਾਸ ਦੇ ਝਰੋਖੇ ਵਿੱਚੋਂ। ਇਤਿਹਾਸ ਵਿੱਚੋਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਵੀ ਗੁਰੂ ਸਾਹਿਬਾਂ ਦੇ ਜੰਗ ਕਿਵੇਂ ਹੋਏ ਆ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ। ਗੁਰੂ ਗ੍ਰੰਥ ਸਾਹਿਬ, ਜਿਸ ਗੁਰੂ ਦੀ ਬੇਅਦਬੀ ਗੁਰੂ ਸਾਹਿਬ ਕਿਸੇ ਗੁਰੂ ਨੇ ਨਹੀਂ ਝੱਲੀ ਗਈ, ਮੈਂ ਇਤਿਹਾਸ ਦੇ ਹਵਾਲੇ ਦੇ ਚੁੱਕਿਆ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰ ਜੀ, ਤਾਂ ਕਿ ਪਤਾ ਲੱਗੇ ਇਹਨਾਂ ਪੰਥਕ ਦੋਖੀਆਂ ਨੂੰ। ਔਰ ਮੈਂ ਕਹਿੰਦਾ ਵੀ ਜਿਹੜੇ ਅੱਜ ਇਹ ਖੁੱਡਾਂ ਵਿੱਚੋਂ ਨਿਕਲੇ ਆ, ਜਿਹੜੇ ਉਹ ਬਿਨਾਂ ਸਬੂਤ ਆਏ ਤੋਂ ਜਿਹੜਾ ਟੀਟੂ ਆ ਉਹਦੇ ਹੱਕ ਵਿੱਚ ਭੁਗਤ ਰਹੇ ਆ, ਤੁਸੀਂ ਨਾ ਬੋਲੋ ਯਾਰ ਜੇ ਤੁਹਾਨੂੰ ਲੱਗ ਰਿਹਾ ਗਲਤ ਆ। ਤੇ ਬਿਨਾਂ ਸਬੂਤ ਤੇ ਬੋਲ ਰਹੇ ਪੰਥਕ ਦੋਖੀ ਆ, ਸਾਰੇ ਪੰਥਕ ਦੋਖੀ। ਸੋ ਇਹ ਪੰਥਕ ਦੋਖੀ ਇੱਕ ਇੱਕ ਸਾਹਮਣੇ ਆ ਜਾਣਾ ਜਦੋਂ ਗੁਰੂ ਕਾ ਰਾਜ, ਗੁਰੂ ਕੇ ਖਾਲਸੇ ਦਾ ਰਾਜ ਆਊਗਾ ਜ਼ਰੂਰ। ਸੱਚ ਦਾ ਹੀ ਆਉਣਾ, ਹੁਣ ਰਾਜ ਗੁਰੂ ਕੇ ਖਾਲਸੇ ਦਾ ਹੀ ਆਉਣਾ। ਆ ਜੋ ਬਿੱਲ ਬੁੱਲਾਂ ਵਾਲੇ ਆ, ਮੈਂ ਅੱਗੇ ਕਹਿੰਦਾ ਹੁੰਦਾ ਜੋ ਬਿੱਲ ਆ ਜਾਂ ਜੋ ਮੋਦੀ ਕਰ ਰਹੇ ਆ, ਇਹ ਸਾਰੇ ਚਾਂਸ ਬਣ ਰਹੇ ਆ। ਹਨੇਰੀ ਆਉਣ ਤੋਂ ਪਹਿਲਾਂ ਕਾਲੇ ਬੱਦਲ ਬਣ ਜਾਂਦੇ ਆ, ਮੀਂਹ ਆਉਣ ਤੋਂ ਪਹਿਲਾਂ ਬੱਦਲ ਗੱਜਦੇ ਆ।
ਇਹ ਖਾਲਸੇ ਰਾਜ ਦਾ ਸਬੂਤ ਦੇ ਰਹੇ ਆ। ਸੋ ਭਾਈ ਮੈਂ ਕਹਿੰਦਾ ਵੀ ਜਿਹੜੇ ਪੰਥਕ ਅਕਰਤਕ ਹਨ, ਇਹ ਪੰਥਕ ਦੋਖੀ ਆ। ਇਹ ਸਾਰੇ ਇਸ ਟਾਈਮ ਪਤਾ ਲੱਗ ਗਿਆ, ਨਿਕਲ ਆਇਆ ਸਭ ਬਾਹਰ, ਅਤੇ ਇਹਨਾਂ ਦਾ ਸੰਗ ਤੋੜਿਆ ਜਾਵੇ। ਕਿਹੜਾ ਮੂੰਹ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਸੀਸ ਝੁਕਾਉਣਗੇ, ਮੱਥਾ ਟੇਕਣਗੇ? ਅਤੇ ਮੈਂ ਅੱਗੇ ਵੀ ਬੇਨਤੀ ਕੀਤੀ ਸੀਗੀ, ਜਿਹੜੇ ਪੰਥਕ ਆਗੂ ਆ, ਸਾਡੇ ਆਗੂ, ਇਹ ਰੋਟੀਆਂ ਖਾਣੇ ਸਭ ਸੁੱਤੇ ਪਏ ਆ। ਜਿੰਨੇ ਸੰਪਰਦਾਵਾਂ ਦੇ ਆਗੂ ਆ, ਸਭ ਸੁੱਤੇ ਪਏ ਆ। ਕੋਈ ਬਿਆਨ ਨਹੀਂ, ਕੋਈ ਗੱਲ ਨਹੀਂ, ਕੋਈ ਵਾਸਤਾ ਨਹੀਂ। ਇਕੱਠੇ ਹੋ ਕੇ ਇੱਕ ਨਿਸ਼ਾਨ ਸਾਹਿਬ ਦੇ ਝੰਡੇ ਥੱਲੇ ਆ ਕੇ ਅਤੇ ਸਭ ਤੋਂ ਪਹਿਲਾਂ ਢੱਡਰੀਆਲ ਨੂੰ ਬਾਹਰ ਖਿੱਚਣ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਵਿੱਚ ਕਿਵੇਂ ਬੋਲ ਰਿਹਾ। ਸਭ ਤੋਂ ਵੱਧ ਅੱਗ ਇਹਨੂੰ ਲੱਗੀ ਆ ਵੀ ਤੂੰ ਕੌਣ ਹੈ, ਕੀ ਹੋਇਆ ਯਾਰ? ਮੈਂ ਹੈਰਾਨ ਆ ਵੀ ਪੰਜਾਬ ਤੁਹਾਡੇ ਨਾਲ ਖੜਾ, ਸਿੱਖ ਸੰਗਤ ਤੁਹਾਡੇ ਨਾਲ ਖੜੀ ਆ। ਫਿਰ ਜਿਹੜਾ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਘਟਨਾ ਵਾਪਰੀ ਆ, ਉਹ ਦੋਸ਼ੀ ਬੰਦੇ ਨੂੰ ਸੰਗਤ ਦੇ ਹਵਾਲੇ ਕੀਤਾ ਜਾਵੇ। ਅਤੇ ਇਹ ਬਿਆਨ ਕੌਣ ਦੇਵੇ? ਜਥੇਦਾਰ ਅਕਾਲ ਤਖਤ ਸਾਹਿਬ ਦਾ, ਜਿਹੜਾ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰੂੰਗਾ। ਪਤਾ ਨਹੀਂ ਕੀ ਹੋਇਆ ਉਹਨੂੰ, ਕਿਹੜੀਆਂ ਘੁੰਗਣੀਆਂ ਪਈਆਂ ਮੂੰਹ ਦੇ ਵਿੱਚ, ਚੁੱਪ ਹੈ। ਸੰਗਤ ਦੇ ਸਨਮੁਖ ਹੋ ਕੇ ਗੱਲ ਕਵੇ ਵੀ ਉਹਨਾਂ ਚਿਰ ਅਸੀਂ ਮੂਹਰੇ ਤੁਹਾਨੂੰ ਲੱਗਣਾ ਪੈਣਾ, ਸੰਗਤ ਤੁਹਾਡੇ ਪਿੱਛੇ, ਕਿਉਂਕਿ ਤੁਸੀਂ ਆਗੂ ਆ। ਕੁਰਸੀਆਂ 'ਤੇ ਬੈਠਣਾ ਸੌਖਾ ਨਹੀਂ ਪਿਆ। ਬਾਬਾ ਅਕਾਲੀ ਫੂਲਾ ਸਿੰਘ ਵਰਗੇ ਐਵੇਂ ਨਹੀਂ ਬੈਠੇ ਕਿ 2 ਤਾਰੀਖ ਖੰਡੇ ਧੂੰਦੇ ਸੀ ਉਹ। ਤੁਹਾਨੂੰ ਕੁਰਸੀਆਂ ਤਾਂ ਪਿਆਰੀਆਂ ਹੈਗੀਆਂ ਸਾਰਿਆਂ ਨੂੰ। ਸੋ ਭਾਈ ਮੈਂ ਬੇਨਤੀ ਕਰਦਾ ਵੀ ਇਹਨਾਂ ਨੂੰ, ਜੋ ਇਹ ਬੇਅਦਬੀਆਂ ਹੋ ਰਹੀਆਂ, ਇਹਨਾਂ ਨੂੰ ਇਸੇ ਤਰ੍ਹਾਂ ਸੋਧਿਆ ਜਾਵੇ। ਕਾਨੂੰਨ ਦੀ ਮੰਗ ਬੇਸ਼ੱਕ ਦੀ ਕਰੋ, ਕਾਨੂੰਨ ਨੂੰ ਅਸੀਂ ਕਦੇ ਗਲਤ ਨਹੀਂ ਕਹਿੰਦੇ, ਪਰ ਕਾਨੂੰਨ ਤੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਅਤੇ ਕਾਨੂੰਨ ਦੂਜੇ ਨੰਬਰ 'ਤੇ ਆ, ਅਤੇ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਸਾਨੂੰ ਸਭ ਤੋਂ ਪਹਿਲੇ ਨੰਬਰ 'ਤੇ ਹੈ। ਗੁਰੂ ਗੋਬਿੰਦ ਸਿੰਘ ਦਾ ਹੁਕਮ, ਉਹ ਕਾਨੂੰਨ ਇਹ ਆ ਵੀ ਗੁਰ ਕੀ ਨਿੰਦਾ ਸੁਣਿਆ ਨਾ ਕਾਣ, ਭੇਟਾ ਸੰਗ ਕਰਿਆ ਕਿਰਪਾਨ। ਸੋ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।